ਸੋ ਸਿਆਸਤ ਦੇ ਨਾਲ ਵੱਡੀ ਖਬਰ ਦੀ ਗੱਲ ਕਰ ਲੈਣੇ ਆ। ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਨਹੀਂ ਇੱਕ ਸੁਰ। ਬਿੱਟੂ ਤੋਂ ਬਾਅਦ ਹੁਣ ਗੁਰਜੀਤ ਔਜਲਾ ਨੇ ਵੀ ਹਾਮੀ ਭਰੀ। ਹਾਈ ਕਮਾਨ ਦਾ ਫੈਸਲਾ ਸਭ ਨੂੰ ਹੋਵੇਗਾ ਮਨਜ਼ੂਰ। ਉਹ ਆਪਦੇ ਨਾਲ ਗਠਜੋੜ ਦੇ ਹੱਕ ਦੇ ਵਿੱਚ ਨੇ ਗੁਰਜੀਤ ਔਜਲਾ। ਅੰਮ੍ਰਿਤਸਰ ਤੋਂ ਐਮਪੀ ਨੇ ਗੁਰਜੀਤ ਔਜਲਾ। ਰਵਨੀਤ ਬਿੱਟੂ ਪਹਿਲਾਂ ਹੀ ਕਰ ਚੁੱਕੇ ਨੇ ਹਿਮਾਇਤ, ਕਿਉਂਕਿ ਗੁਰਜੀਤ ਬਿੱਟੂ ਇਹ ਆਖਦੇ ਸਨ ਕਿ ਜੇਕਰ ਦਿੱਲੀ ਹਾਈ ਕਮਾਨ ਨੇ ਇਜਾਜ਼ਤ ਦਿੱਤੀ ਹੈ ਉਹਨਾਂ ਦਾ ਫੈਸਲਾ ਮੰਨਣਾ ਪਏਗਾ। ਇਸੇ ਨੂੰ ਲੈ ਕੇ ਵਿਵਾਦ ਜਿਹੜਾ ਵੱਧਦਾ ਹੋਇਆ ਦਿਖਾਈ ਦਿੱਤਾ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਉੱਥੇ ਹੀ पंजाब कांग्रेस प्रधान राजा वड़िंगे पहले कह चुके हैं साडी बिल्कुल कोरी ना है, असीं किसी तरीके का कोई भी गठजोड़ पंजाब दे विच आप दे नाल नहीं करना चाहते। दूजे पासे रवनीत बिट्टू तो बाद एमपी गुरजीत औजला की गल करिए तो इन्हां दे वल्लों हिमायत की गई है। ये कहते हैं कि असीं हक दे विच हां, जेकर दिल्ली हाईकमान ने कोई फैसला सुनाया तो उसनूं मंजूर करना पवेगा। इस नूं लैके दो फाड़ हुंदी होई इस समय कांग्रेस पार्टी दिखाई दे रही है। ये पहली बार नहीं है जो कांग्रेस पार्टी ਆਪਣਿਆਂ ਦੇ ਵਿੱਚ ਹੀ ਆਪਸ ਦੇ ਵਿੱਚ ਹੀ ਲੜਾਈ ਕਰਦੀ ਹੋਈ ਦਿਖਾਈ ਦੇਵੇ। ਦੋ ਫਾੜ ਯਾਨੀ ਕਿ ਇੱਕੋ ਗੱਲ, ਆਪ ਦੇ ਨਾਲ ਗੱਠਜੋੜ ਹੋਵੇਗਾ ਕਿ ਨਹੀਂ। ਪਹਿਲਾਂ ਹੀ ਚਰਚਾਵਾਂ ਜ਼ਰੂਰ ਚੱਲੀਆਂ ਸਨ ਜਦੋਂ ਇਹ ਅਨਾਉਂਸ ਕੀਤਾ ਗਿਆ ਸੀ ਕਿ ਹੋ ਸਕਦਾ ਹੈ ਕਿ ਆਪ ਤੇ ਕਾਂਗਰਸ ਦਾ ਗੱਠਜੋੜ ਹੋਵੇ, ਕਿਉਂਕਿ ਅਲਾਈਅੰਸ ਜਿਹੜਾ ਇੰਡੀਆ ਬਣਿਆ ਉਸ ਨੂੰ ਲੈ ਕੇ ਦਿੱਲੀ ਦੇ ਵਿੱਚ ਜਦੋਂ ਇਹ ਅਲਾਈਅੰਸ ਹੁੰਦਾ ਇੰਡੀਆ ਦੇ ਵਿੱਚ, ਉਸ ਦੌਰਾਨ ਜੇਕਰ ਆਪ ਤੇ ਕਾਂਗਰਸ ਇਕੱਠੇ ਨੇ मिशन 2024 ਨੂੰ ਲੈ ਕੇ ਜੇਕਰ ਇਕੱਠੇ ਜਿਹੜੀ ਰਣਨੀਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਜੇਕਰ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਇੱਥੇ ਸਿਆਸੀ ਧਰਾਤਲ ਬਿਲਕੁਲ ਵੱਖਰੀ ਹੈ। ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਕੋਰੀ ਨਾ ਕਰ ਚੁੱਕੇ ਨੇ ਕਿ ਕਦੇ ਵੀ ਇਹ ਗੱਲ ਨਹੀਂ ਹੋ ਸਕਦੀ। ਦਿੱਲੀ ਹਾਈ ਕਮਾਨ ਨੂੰ ਜਾ ਕੇ ਗੱਲ ਸਮਝਾਵਾਂਗੇ, ਉਹਨਾਂ ਨੂੰ ਦੱਸਾਂਗੇ ਕਿ ਇੱਥੇ ਉਹ ਚੀਜ਼ ਬਿਲਕੁਲ ਵੀ ਪੋਸੀਬਲ ਨਹੀਂ ਹੈ। ਸੋ ਹੁਣ ਜਦੋਂ ਇਹ ਗੱਲ ਆਉਂਦੀ ਹੈ ਦੁਬਾਰਾ ਤੋਂ ਗੱਠਜੋੜ ਦੀ, ਆਪ ਦੇ ਨਾਲ ਗੱਠਜੋੜ ਹੋਣਾ, ਉਸੇ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਤੋਂ ਪੱਕਦਾ ਹੋਇਆ ਦਿਖਾਈ ਦਿੱਤਾ, ਕਿਉਂਕਿ ਰਾਜਾ ਵੜਿੰਗੇ ਕਹਿ ਚੁੱਕੇ ਨੇ ਕਿ ਸਾਨੂੰ ਤਾਂ 13 ਸੀਟਾਂ ਦੇ ਲਈ ਦਿੱਲੀ ਹਾਈ ਕਮਾਨ ਦੇ ਵੱਲੋਂ ਇਹ ਗੱਲ ਆਖੀ ਗਈ ਹੈ 13 ਸੀਟਾਂ ਦੇ ਲਈ ਤੁਸੀਂ ਹੁਣ ਚੋਣ ਲੜਨੀ ਹੈ ਤੇ ਉਸ ਦੇ ਲਈ ਤਿਆਰੀ ਸਾਡੀ ਚੱਲ ਰਹੀ ਹੈ। ਉੱਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕੋਰੀ ਨਾ ਕਰ ਚੁੱਕੇ ਨੇ। ਪਹਿਲਾਂ ਰਵਨੀਤ ਸਿੰਘ ਬਿੱਟੂ ਜਦੋਂ ਉਹਨਾਂ ਨੇ ਹਿਮਾਇਤ ਕੀਤੀ ਸੀ ਕਿ ਹਾਂ ਜੇਕਰ ਦਿੱਲੀ ਹਾਈ ਕਮਾਨ ਨੇ ਫੈਸਲਾ ਕੀਤਾ ਤਾਂ ਮਨਜ਼ੂਰ ਕਰਨਾ ਪਵੇਗਾ, ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਇੱਕ ਮੰਚ ਤੋਂ ਕਹਿੰਦੇ ਹੋਏ ਦਿਖਾਈ ਦਿੱਤੇ ਜਿਹੜੇ ਗੱਠਜੋੜ ਲਈ ਜ਼ਿਆਦਾ ਕਾਲੇ ਨੇ ਉਹ ਪਾਰਟੀ ਛੱਡ ਦੇਣ, ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਯਾਨੀ ਕਿ ਸਿੱਧੇ ਤੌਰ ਤੇ ਗੱਲ ਕਲੀਅਰ ਹੈ। ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇਖਿਆ ਜਾਵੇ ਦੋ ਫਾੜ ਹੈ, ਦਰਾਰ ਇਸ ਸਮੇਂ ਇਹਨਾਂ ਦੇ ਵਿੱਚ ਆ ਚੁੱਕੀ ਹੈ। ਗੱਠਜੋੜ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਦਾ ਪਹਿਲਾ ਬਿਆਨ, ਹਿਮਾਇਤ ਉਹਨਾਂ ਨੇ ਕੀਤੀ। ਹੁਣ ਗੁਰਜੀਤ ਸਿੰਘ ਔਜਲਾ ਉਹ ਵੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਜੇਕਰ ਗੱਠਜੋੜ ਹੁੰਦਾ ਹੈ ਯਾਨੀ ਕਿ ਹਾਮੀ ਉਹਨਾਂ ਦੇ ਵੀ ਇਸ ਗੱਠਜੋੜ ਦੇ ਲਈ ਹੈ। ਬਿੱਟੂ ਤੋਂ ਬਾਅਦ ਗੁਰਜੀਤ ਔਜਲਾ ਐਮਪੀ, ਉਹਨਾਂ ਦੇ ਵੱਲੋਂ ਹਾਮੀ ਭਰੀ ਗਈ ਹੈ। ਗੱਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਇੱਕ ਸੁਰ ਦਿਖਾਈ ਨਹੀਂ ਦਿੰਦੀ। ਜੇਕਰ ਗੱਠਜੋੜ ਹੋਣਾ ਵੀ ਹੈ ਜਾਂ ਨਹੀਂ ਵੀ ਹੈ ਤਾਂ ਵੱਖੋ ਵੱਖਰੇ ਬਿਆਨ ਕਿਉਂ? ਮੀਡੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਚਰਚਾਵਾਂ ਦੇ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਇਸ ਸਮੇਂ ਦਿਖਾਈ ਦੇ ਰਹੀ। ਰਵਨੀਤ ਬਿੱਟੂ ਤੋਂ ਬਾਅਦ ਹੁਣ ਗੁਰਜੀਤ ਸਿੰਘ ਔਜਲਾ ਦਾ ਬਿਆਨ ਕਿਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇੱਕ ਸੁਰ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ ਕੁਝ ਕਹਿੰਦੇ ਨੇ, ਰਾਜਾ ਵੜਿੰਗ ਬਰਾਬਰ ਉਹਨਾਂ ਦੇ ਨਾਲ ਹਿਮਾਇਤ ਕਰਦੇ ਨੇ, ਇੱਕੋ ਗੱਲ ਆਖਦੇ ਨੇ ਕਿ ਸਾਡਾ ਗੱਠਜੋੜ ਹੋ ਹੀ ਨਹੀਂ ਸਕਦਾ ਆਪ ਦੇ ਨਾਲ। ਆਪ ਵਾਲੇ ਵੀ ਇਹ ਕਲੀਅਰ ਕਰ ਚੁੱਕੇ ਨੇ ਕਿ ਉਹ ਆਪਣੇ ਦਮ ਤੇ ਪਹਿਲਾਂ ਜਿੱਤ ਉਹਨਾਂ ਨੇ ਪ੍ਰਾਪਤ ਕੀਤੀ ਪੰਜਾਬ ਦੇ ਵਿੱਚ, ਉਹਨਾਂ ਨੇ ਉਹ ਕਰਕੇ ਦਿਖਾਇਆ ਜੋ ਕਦੀ ਵੀ ਕਿਸੇ ਸਰਕਾਰ ਨੇ ਨਹੀਂ ਕੀਤਾ। ਤੇ ਉਹ ਇਹ ਵੀ ਕਹਿੰਦੇ ਨੇ ਕਿ ਆਪਣੇ ਦਮ ਤੇ ਉਹ ਇੱਕ ਚੋਣਾਂ ਲੜ ਸਕਦੇ ਨੇ, ਜਿੱਤ ਸਕਦੇ ਨੇ ਇੱਕ ਵਾਰ ਫਿਰ ਤੋਂ, ਕਿਉਂਕਿ ਲੋਕਾਂ ਦਾ ਮੈਂਡੇਟ, ਵਿਸ਼ਵਾਸ, ਭਰੋਸਾ ਉਹਨਾਂ ਤੇ ਹੈ। ਉੱਥੇ ਹੀ ਦੂਜੇ ਪਾਸੇ ਹੁਣ ਕਾਂਗਰਸ ਨਾਲ ਜਦੋਂ ਗੱਠਜੋੜ ਦੀਆਂ ਗੱਲਾਂ ਆਉਂਦੀਆਂ ਨੇ, ਜਦੋਂ ਦੋਵੇਂ ਪਾਸੇ ਤੋਂ ਕੋਰੀ ਨਾ ਹੋ ਚੁੱਕੀ ਹੈ। ਪਹਿਲੇ ਰਵਨੀਤ ਬਿੱਟੂ ਨੇ ਇਹ ਗੱਲ ਕੀਤੀ ਕਿ ਦਿੱਲੀ ਹਾਈ ਕਮਾਨ ਦਾ ਫੈਸਲਾ ਆਖਰੀ ਹੋਣਾ ਚਾਹੀਦਾ, ਮੰਨਣਾ ਚਾਹੀਦਾ, ਇਸ ਉੱਤੇ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ, ਸੋ ਉਸ ਦਾ ਫੈਸਲਾ ਅੰਤਿਮ ਹੈ। ਹੁਣ ਗੁਰਜੀਤ ਔਜਲਾ ਦੇ ਵੱਲੋਂ ਹਾਮੀ ਭਰੀ ਜਾਣੀ ਗੱਠਜੋੜ ਦੇ ਉੱਤੇ ਇਹ ਸਵਾਲ ਪੈਦਾ ਕਰਦੀ ਹੈ ਕਿ ਆਖਿਰਕਾਰ ਕਾਂਗਰਸ ਦੇ ਵਿੱਚ ਕਲੇਸ਼ ਦੁਬਾਰਾ ਤੋਂ ਸ਼ੁਰੂ ਹੋ ਚੁੱਕੇ। ਗੱਠਜੋੜ ਦੀਆਂ ਗੱਲਾਂ ਨੂੰ ਲੈ ਕੇ ਵੱਖੋ ਵੱਖਰੇ ਬਿਆਨ ਹਰ ਪਾਸਿਓਂ ਦਿੱਤੇ ਜਾ ਰਹੇ ਨੇ। ਹੁਣ ਇਕਜੁੱਟ ਹੋਵੇਗੀ ਕਿ ਨਹੀਂ ਹੋਵੇਗੀ, ਜਾਂ ਇਹਨਾਂ ਦੀਆਂ ਜਿਹੜੇ ਬਿਆਨ ਨੇ ਆਪਸ ਦੇ ਵਿੱਚ ਰਲਣਗੇ ਜਾਂ ਨਹੀਂ, ਇਹ ਤਾਂ ਨਹੀਂ ਪਤਾ। ਪਰ ਹਾਂ ਇੱਕ ਵਾਰ ਫਿਰ ਤੋਂ ਇਹ ਵੱਖੋ ਵੱਖਰੇ ਬਿਆਨਾਂ ਨੇ ਇੱਕ ਨਵੀਂ ਚਰਚਾ ਕਾਂਗਰਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਛੇੜ ਦਿੱਤੀ ਹੈ। ਕਿਤੇ ਚਰਚਾਵਾਂ ਹੁੰਦੀਆਂ ਨੇ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀਆਂ, ਤੇ ਹੁਣ ਚਰਚਾਵਾਂ ਆਪ ਤੇ ਕਾਂਗਰਸ ਦੇ ਗੱਠਜੋੜ ਦੀਆਂ। ਵੈਸੇ ਤਾਂ ਉਸ ਦੌਰਾਨ ਵੀ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਦੇ ਉੱਤੇ ਅਜੇ ਤੱਕ ਉਸ ਉੱਤੇ ਵੀ ਕੋਈ ਸਹਿਮਤੀ ਨਹੀਂ ਬਣੀ, ਪਰ ਜਦੋਂ ਦੂਜੀਆਂ ਪਾਰਟੀਆਂ ਇਹ ਬਿਆਨ ਦੇ ਦਿੰਦੀਆਂ ਨੇ ਕਿ ਹਾਂ ਇਹਨਾਂ ਦਾ ਗੱਠਜੋੜ ਪੱਕਾ ਹੈ ਪਰ ਸ਼ਰਤਾਂ ਰੱਖੀਆਂ ਗਈਆਂ ਨੇ, ਉਸ ਉੱਤੇ ਵੀ ਦੁਚਿੱਤੀ ਦੇ ਵਿੱਚ ਪੰਜਾਬ ਦੀ ਸਿਆਸਤ ਪੈ ਜਾਂਦੀ ਹੈ। ਤੇ ਇੱਥੇ ਹੁਣ ਇੱਕ ਵਾਰ ਫਿਰ ਤੋਂ ਜਦੋਂ ਗੱਠਜੋੜ ਦੀਆਂ ਗੱਲਾਂ, ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਾਂਗਰਸ ਤੇ ਆਪ ਦਾ ਗੱਠਜੋੜ ਹੋਵੇਗਾ, ਪਾਰਟੀ ਇਕਜੁੱਟ ਨਹੀਂ ਹੈ, ਪਾਰਟੀ ਦੇ ਲੀਡਰ ਇਕਜੁੱਟ ਨਹੀਂ ਹੈ, ਪਰ ਕੁਝ ਦੇ ਵੱਲੋਂ ਹਾਮੀ ਭਰੀ ਜਾਂਦੀ ਹੈ ਤੇ ਕੁਝ ਬਿਲਕੁਲ ਇਸ ਦੇ ਅੰਗੇਜ਼ ਖੜੇ ਹੁੰਦੇ। ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਤੇ ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਇਸ ਦੇ ਖਿਲਾਫ ਨੇ। ਕੋਰੀ ਨਾ ਹੈ, ਕਦੀ ਵੀ ਨਹੀਂ ਹੋ ਸਕਦਾ
आप दे नाल कोई भी समझौता किसी भी ग्राउंड ते नहीं हो सकता। आपने भी ये गल क्लीयर कर दी थी कि अपने दम ते चोणां लड़ेगी, उन्होंने गठजोड़ की कोई जरूरत नहीं, पहला भी जित्ती सी, हुण भी वो जित सकते हैं। अमृतसर तो MP ने गुरजीत औजला, इन्हां दे वल्लों भी हुण हामी भरी गई है। पहला रवनीत सिंह बिट्टू हुणां दे वल्लों बयान दिता गया सी, दिल्ली हाईकमान का फैसला मंजूर करना चाहिए, उस उत्ते कोई किंतु परंतु नहीं होना चाहिए। जेकर दिल्ली हाईकमान ने तुहानूं एक गल आख दी है कि गठजोड़ होना चाहिए, सो उन्होंने हामी भरी, जिसके उत्ते प्रताप सिंह बाजवा मंच तो ये कहते हुए दिखाई दिते जेडे काले ने वो पार्टी छड्ड के जा सकते हैं। पर देखा जाए पार्टी के लिए सेवा तो सब ने की है, कई कई साल इस पार्टी के लिए काम किया। सो पंजाब कांग्रेस दे विच एक बार फिर तो दो चित्ती वाली स्थिति, कोई गठजोड़ के हक में है, कोई नहीं है। सो ये चीज़ां जिहड़ियां ने किते ना किते हुण कन्फ्यूज कांग्रेस पार्टी नूं ही करदियां होईयां दिखाई दित्ते ने। एक नवा विवाद 2024 मिशन तो पहला किन्नी को कांग्रेस तैयार है, सवाल जरूर हुण उठने शुरू हो चुके हैं। गुरजीत औजला के बयान नूं देखिए तो गुरजीत औजला के वल्लों भी हामी भरी, वो भी हक दे विच ने, रवनीत सिंह बिट्टू भी हक विच ने, दोनों ही MP ने पंजाब तो, सो कांग्रेस पार्टी का हिस्सा ने। हुण कांग्रेस के कुछ लीडर जिहड़े हामी भरते हैं कि होना चाहिए तो कुछ कहते नहीं होना चाहिए। हुण इन्हां दे मन मुटाव किवें दूर होणगे कि एक मंच पर रह के भी वक्खो वक्खरे बयान सामने आउणगे। सो ये चीज़ां जिहड़ियां ने परेशान कर रही हैं, क्योंकि इस तो पहला देखा जाए तो नवजोत सिंह सिद्धू ने भी हामी भरी सी ट्वीट करके, उन्होंने भी ये गल आखी सी कि दिल्ली दरबार का जिहड़ा फैसला है वो आखिरी होना चाहिए। गठजोड़ नूं लैके चर्चावां तां तेज, पर कोई हाँ दे हक विच ते कोई ना दे हक विच। गठजोड़ नूं लैके उलझदी हुई कांग्रेस पार्टी दिखाई दे। बीते दिन की गल करिए तो श्रोमणी अकाली दल ते नाल ही भाजपा के गठजोड़ दी चर्चावां सन। इसे उत्ते मनजिंदर सिंह सिरसा ने पक्की मोड़ लगा दी, कहते किसी भी कीमत के उत्ते 9 मास वाला रिश्ता पहले जिवें जुड़िया सी हुण नहीं जुड़ेगा। पंजाब दे विच बीजेपी अपना रसूख तय करने के लिए खुद ही इकल्ले लड़ेगी। उन्होंने कहा कि गठजोड़ श्रोमणी अकाली दल दे नाल नहीं, सगों पंजाब दे विच आप कांग्रेस ते श्रोमणी अकाली दल इकट्ठे ने। हुण इह गठजोड़ दे ताणे बाणे दे विच आखिरकार पंजाब की सियासत दे विच की होवेगा, लोकां नूं कन्फ्यूज किया जाएगा, लोग कन्फ्यूज होणगे या ये लीडर ही आपस दे विच कन्फ्यूज होणगे। इस समय साडे नाल फोन लाइन ते जुड़े हुए ने गुरजीत सिंह औजला साहब, स्वागत करना चाहांगे। औजला साहब स्वागत करना चाहांगे थोड़ा। सो गठजोड़ नूं लैके रवनीत सिंह बिट्टू तो बाद गुरजीत सिंह औजला दे वल्लों हामी भरी गई है, आप दे नाल गठजोड़ दे हक विच दिखाई दे रहे हैं। हुण जेकर एक गठजोड़ हुंदा तो पंजाब की सियासत दे विच की होवेगा? सो चर्चावां ने अजे कि गठजोड़ होना है कि नहीं होना। सो गठजोड़ नूं लैके पंजाब की कांग्रेस एकजुट नहीं है। साडे एसोसीएट एडिटर नीतिका महेश्वरी इस समय न्यूज़ रूम तो साडे नाल जुड़े हुए ने। नीतिका, देखा जाए चर्चावां हर बार होंदियां ने, पर कोई ना कोई इस उत्ते विराम जरूर लग जाता है। जिथे रवनीत सिंह बिट्टू ने हामी भरी तो उत्थे हुण गुरजीत सिंह औजला भी इस हक विच हामी भरदे होए दिखाई दिंदे ने। की लगदा गठजोड़ होवेगा या नहीं होवेगा? सब कुछ कन्फ्यूज दिखाई दे रहा है। मनप्रीत, देखो पंजाब कांग्रेस दे विच लगातार गठजोड़ नूं लैके कलेश ही मचा होवे गलत नहीं है, क्योंकि MPs वर्सेस जिहड़े ने MLAs कह सकते हैं हो गए ने। क्योंकि तुसी चाहे लीडर ऑफ ओपोजिशन प्रताप बाजवा की गल कर लो या फिर तुसी पंजाब कांग्रेस के प्रधान राजा वड़िंग की गल कर लो, उन्हां वल्लों बार बार कहा जा रहा है कि पंजाब दे विच आम आदमी पार्टी दे नाल गठजोड़ नहीं होना चाहिए। पर तुसी MPs देखो, एक तो बाद एक MP सपोर्ट करते हुए नजर आ रहे हैं। पहला रवनीत बिट्टू वल्लों यह कहा गया कि हाईकमान का जो भी फैसला रहेगा सानू उसनों मनना पएगा। हुण तुसी गुरजीत औजला जी का बयान जिहड़ा है ओह सुनिया, उन्हां वल्लों भी यही कहा गया कि जे गठजोड़ दे विच हाईकमान कहंदा है कि असीं इलैक्शन लड़ने हैं तां सानू लड़ने पैणगे ते असीं लड़ांगे, ये उन्हां वल्लों भी कहा गया है। पर पंजाब दे विच देखो, भावें आम आदमी पार्टी होवे या फिर कांग्रेस लीडर्स होण, उन्हां दे दिल हाले तक नहीं मिले। हाईकमान असीं देखिया कि वो लगातार एक दूजे दे हाईकमान दे लीडर्स की गल कीती जावे तां केजरीवाल, राहुल गांधी सारे ये कहंदे हुए नजर आए कि नहीं असीं स्टेज भी सांझी करांगे, असीं इकट्ठे चोणां लड़ांगे, साडा मकसद है कि बीजेपी नूं हराना है। पर पंजाब दे विच कांग्रेस दे लीडर्स होण या फिर आम आदमी पार्टी दे लीडर्स होण, लगातार कह रहे हैं कि सानू एक दूजे की जरूरत ही नहीं है।
ਇੱਥੋਂ ਤੱਕ ਕਿ ਸੀਐਮ ਮਾਨ ਦੀ ਗੱਲ ਕੀਤੀ ਜਾਵੇ, ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਕਿ ਸਾਨੂੰ ਜ਼ਰੂਰਤ ਨਹੀਂ ਹੈ ਕਿ ਅਸੀਂ ਕਾਂਗਰਸ ਦੇ ਨਾਲ ਗੱਠਜੋੜ ਕਰੀਏ, ਪਰ ਸ਼ਾਇਦ ਐਮਪੀਜ਼ ਨੂੰ ਲੱਗ ਰਿਹਾ ਹੈ ਕਿ ਨਹੀਂ, ਗੱਠਜੋੜ ਹੋਣਾ ਚਾਹੀਦਾ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ, ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਕਿ ਨਹੀਂ, ਗੱਠਜੋੜ ਜਿਹੜਾ ਹੋਣਾ ਚਾਹੀਦਾ ਹੈ। ਜੇ ਹਾਈ ਕਮਾਨ ਨੇ ਅਜਿਹਾ ਫੈਸਲਾ ਲੈ ਰਿਹਾ ਤਾਂ ਆਪਾਂ ਨੂੰ ਅਜਿਹਾ ਕਰਨਾ ਚਾਹੀਦਾ। ਪਰ ਤੁਸੀਂ ਦੇਖੋ ਕਿ ਹਾਲੇ ਵੀ ਇੱਕ ਰਾਏ ਜਿਹੜੀ ਉਹ ਨਹੀਂ ਹੈ। ਪ੍ਰਤਾਪ ਬਾਜਵਾ ਵੀ ਤੁਹਾਨੂੰ ਯਾਦ ਹੋਏਗਾ ਕਹਿੰਦੇ ਹੋਏ ਨਜ਼ਰ ਆਏ ਸੀਗੇ ਕਿ ਇਹ ਪੋਸੀਬਲ ਹੀ ਨਹੀਂ ਹੈ, ਜੇ ਅਜਿਹਾ ਹੁੰਦਾ ਹੈ ਤਾਂ ਮੈਂ ਰਾਜਨੀਤੀ ਛੱਡ ਦੂੰਗਾ। ਇਹ ਤੱਕ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਕਿ ਨਹੀਂ, ਅਜਿਹਾ ਨਹੀਂ ਹੋਏਗਾ। ਇਹ ਵੀ ਦੱਸ ਦਈਏ ਕਿ ਜਿਹੜੇ ਲੀਡਰਸ ਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ ਆਪ ਸਰਕਾਰ ਦੇ ਦੌਰਾਨ, ਚਾਹੇ ਉਹ ਭਰਤ ਭੂਸ਼ਣ ਆਸ਼ੂ ਹੋਣ, ਸਾਧੂ ਸਿੰਘ ਧਰਮਸੋਤ ਹੋਣ ਜਾਂ ਫਿਰ ਓਪੀ ਸੋਨੀ ਹੋਣ, ਉਹਨਾਂ ਵੱਲੋਂ ਵੀ ਰਿਪੋਰਟ ਦਿੱਤੀ ਗਈ ਹੈ ਹਾਈ ਕਮਾਨ ਨੂੰ, ਉਹਨਾਂ ਵੱਲੋਂ ਵੀ ਖਿਲਾਫਤ ਕੀਤੀ ਗਈ ਹੈ। ਇੱਥੋਂ ਤੱਕ ਕਿ ਇਹ ਜਾਣਕਾਰੀ ਮਿਲ ਰਹੀ, ਕੁਝ ਲੀਡਰਸ ਨੇ ਅਜਿਹਾ ਵੀ ਕਿਹਾ ਜੇ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ ਗੱਠਜੋੜ ਹੁੰਦਾ ਹੈ ਤਾਂ ਅਸੀਂ ਪਾਰਟੀ ਹੀ ਛੱਡ ਦੇਵਾਂਗੇ। ਪਰ ਦੇਖੋ ਕਿ ਐਮਪੀਜ਼ ਦੀ ਅਲੱਗ ਰਾਏ ਹੈ, ਜਦਕਿ ਐਮਐਲਏਜ਼ ਜਿਹੜੇ ਹੈ ਉਹਨਾਂ ਦੀ ਅਲੱਗ ਰਾਏ ਹੈ ਕਾਂਗਰਸ ਦੇ ਵਿੱਚ। ਪਰ ਹੁਣ ਦੇਖਣਾ ਹੋਵੇਗਾ ਕਿ ਆਖਿਰ ਪੰਜਾਬ ਦੇ ਵਿੱਚ ਗੱਠਜੋੜ ਹੁੰਦਾ ਹੈ ਜਾਂ ਨਹੀਂ, ਹੈ ਕੁਝ ਹੋਰ ਫਾਰਮੂਲਾ ਜਿਹੜਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਨੀਤਿਕਾ, ਦੂਜੇ ਪਾਸੇ ਦੇਖਿਆ ਜਾਵੇ, ਯਾਦ ਹੋਵੇ ਤੁਹਾਨੂੰ ਪ੍ਰਤਾਪ ਸਿੰਘ ਬਾਜਵਾ ਨੇ ਹਾਲ ਹੀ ਦੇ ਵਿੱਚ ਜਦੋਂ ਰਣਜੀਤ ਸਿੰਘ ਬਿੱਟੂ ਨੇ ਇਸ ਗੱਲ ਦੀ ਹਾਮੀ ਭਰੀ ਸੀ ਕਿ ਅਲਾਈਅੰਸ ਹੋਣਾ ਚਾਹੀਦਾ ਹੈ ਜੇਕਰ ਦਿੱਲੀ ਹਾਈ ਕਮਾਨ ਨੇ ਫੈਸਲਾ ਕੀਤਾ ਤਾਂ, ਜੇਕਰ ਇਹ ਫੈਸਲਾ ਹੁੰਦਾ। ਨੀਤਿਕਾ, ਤੁਹਾਨੂੰ ਰੋਕਣਾ ਚਾਹਾਂਗੀ, ਗੁਰਜੀਤ ਸਿੰਘ ਔਜਲਾ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਨੇ, ਸੋ ਉਹਨਾਂ ਦਾ ਸਵਾਗਤ ਵੀ ਕਰ ਲੈਂਦੇ ਆ ਤੇ ਗੱਲਬਾਤ ਵੀ ਕਰਦੇ ਆ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਜਲਾ ਸਾਹਿਬ, ਸਭ ਤੋਂ ਪਹਿਲਾ ਰਿਐਕਸ਼ਨ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਾਂਗੇ, ਤੁਸੀਂ ਅਲਾਈਅੰਸ ਦੇ ਹੱਕ ਵਿੱਚ ਹੋ, ਤੁਹਾਨੂੰ ਕੀ ਲੱਗਦਾ ਕਿ ਗੱਠਜੋੜ ਜਿਹੜਾ ਹੈ ਇੱਥੇ ਸਕਸੈਸਫੁਲ ਹੋ ਪਾਏਗਾ ਪੰਜਾਬ ਦੇ ਵਿੱਚ? ਦੇਖੋ ਜੀ, ਇਹ ਨਾ ਬਹੁਤ ਤੁਸੀਂ ਐਡਵਾਂਸ ਗੱਲਾਂ ਕਰ ਰਹੇ ਜੇ, ਬੜਾ ਲੰਬਾ ਸਮਾਂ ਇਲੈਕਸ਼ਨ ਦੇ ਵਿੱਚ ਹੈਗਾ ਆ, ਇਹ ਤਾਂ ਪ੍ਰੋਸੈਸ ਤੇ ਚੱਲ ਰਿਹਾ ਹੈ। ਦੇਖੋ, ਜਿਹੜਾ ਇੰਡੀਅਨ ਅਲਾਈਅੰਸ ਬਣਿਆ ਉਹਦੇ ਚ ਪਾਰਟੀ ਕੀ ਫੈਸਲਾ ਕਰਦੀ ਹੈ, ਸਾਰੇ ਲੀਡਰ ਸਾਹਿਬਾਨ ਨਾਲ ਸਲਾਹ ਕਰਕੇ ਜੋ ਫੈਸਲਾ ਹੋਏਗਾ ਆਲ ਇੰਡੀਆ ਕਾਂਗਰਸ ਕਮੇਟੀ ਦਾ, ਉਹ ਮੰਨਣਯੋਗ ਹੈ। ਕਰਨਾ ਹੈ ਜਾਂ ਨਹੀਂ ਕਰਨਾ, ਇਹ ਉਹਨਾਂ ਡਿਸਾਈਡ ਕਰਨਾ ਹੈ, ਇਹ ਅਸੀਂ ਡਿਸਾਈਡ ਨਹੀਂ ਕਰਨਾ ਪੰਜਾਬ 'ਚ ਬਹਿ ਕੇ ਕਿ ਹੋਣਾ ਜਾਂ ਨਹੀਂ ਹੋਣਾ। ਇਹ ਤੇ ਜਿਹੜਾ ਵੀ ਕੋਈ ਲੀਡਰ ਹੈ, ਅਸੀਂ ਹੈ ਜਾਂ ਕੋਈ ਵੀ ਹੈ, ਉਹਨਾਂ ਦੇ ਸਾਰਿਆਂ ਦੀ ਭਾਵਨਾ ਸੁਣ ਕੇ, ਸਾਡੇ ਬੜੇ ਸੀਨੀਅਰ ਲੀਡਰ ਨੇ, ਸਾਰੇ ਸਤਿਕਾਰਯੋਗ ਨੇ, ਬਾਜਵਾ ਸਾਹਿਬ ਨੇ, ਵੜਿੰਗ ਸਾਹਿਬ ਨੇ, ਬਿੱਟੂ ਜੀ ਨੇ, ਕੋਈ ਵੀ ਜਿੰਨੇ ਵੀ ਹੋਰ ਆਪਣੇ ਵਿਚਾਰ ਰੱਖਦੇ, ਉਹਨਾਂ ਸਭਨਾਂ ਨੂੰ ਬੁਲਾ ਕੇ, ਖਹਿਰਾ ਸਾਹਿਬ ਨੇ, ਸਿੱਧੂ ਸਾਹਿਬ ਨੇ, ਉਹਨਾਂ ਸਭਨਾਂ ਨੂੰ ਬੁਲਾ ਕੇ ਜਿਹੜੀ ਗੱਲ, ਜੋ ਫੈਸਲਾ ਲੈਣਗੇ ਉਹਦੇ ਨਾਲ ਚੱਲਾਂਗੇ ਸਾਰੇ ਜੀ। ਉਹਦੇ 'ਚ ਕੀ ਮਸਲਾ ਹੈ ਜੀ। ਔਜਲਾ ਸਾਹਿਬ, ਸਾਡੇ ਐਸੋਸੀਏਟ ਐਡੀਟਰ ਨੀਤਿਕਾ ਮਹੇਸ਼ਵਰੀ ਵੀ ਜੁੜੇ ਹੋਏ ਨੇ, ਉਹ ਵੀ ਤੁਹਾਡੇ ਤੋਂ ਸਵਾਲ ਕਰਨਾ ਚਾਹੁੰਦੇ ਨੇ। ਮੈਮ, ਓਵਰ ਟੂ ਯੂ। ਜੀ ਕਰੋ ਜੀ। ਔਜਲਾ ਸਾਹਿਬ, ਪਹਿਲਾਂ ਤਾਂ ਇਹ ਜਾਣਨਾ ਚਾਹੁੰਦੇ ਹਾਂ, ਸਮਰਥਨ ਦੇ ਰਹੇ ਹੋ ਜਾਂ ਨਹੀਂ ਦੇ ਰਹੇ? ਤੁਸੀਂ ਆਪਣੀ ਜਿਹੜੀ ਰਾਏ ਰੱਖੀ ਹੈ ਹਾਈ ਕਮਾਂਡ ਕੋਲ, ਉਹ ਕੀ ਰੱਖੀ ਹੈ? ਦੇਖੋ, ਇਹ ਗੱਲਾਂ ਨਾ ਸਾਡੀ, ਜਦੋਂ ਮੈਂ ਤੁਹਾਨੂੰ ਕਹਿ ਰਿਹਾ ਕਿ ਹਾਈ ਕਮਾਂਡ ਨੇ ਬੁਲਾ ਕੇ ਕਰਨਾ ਹੈ, ਤੁਸੀਂ ਆਪਣੀਆਂ ਗੱਲਾਂ ਸਾਡੇ ਮੂੰਹ 'ਚ ਨਾ ਪਾਓ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਫੈਸਲਾ ਹਾਈ ਕਮਾਂਡ ਦੇ ਕੋਲ ਸਾਰੇ ਜਦੋਂ ਲੀਡਰ ਜਾਣਗੇ, ਆਪੋਜੀਸ਼ਨ ਲੀਡਰ, ਸਾਡੇ ਐਲਓਪੀ ਜਾਣਗੇ, ਸਾਡੇ ਵੜਿੰਗ ਜੀ ਜਾਣਗੇ, ਸਾਡੇ ਪੀਸੀਸੀ ਦੇ ਵਾਈਸ ਪ੍ਰੈਜ਼ੀਡੈਂਟ, ਸਾਰਿਆਂ ਨੂੰ ਬੁਲਾਉਣਗੇ। ਔਰ ਜੋ ਵੀ ਬਿੱਟੂ ਜੀ ਨੇ, ਸਾਡੇ ਜਦੋਂ ਰਾਏ ਹੋ ਕੇ ਜਿਹੜੀ ਰਾਏ ਬਣੇਗੀ, ਜੋ ਫੈਸਲਾ ਕਰਨਗੇ, ਕੱਲਿਆਂ ਲੜਨੀ ਆਪਾਂ ਕੱਲਿਆਂ ਲੜਾਂਗੇ, ਜਿੱਦਾਂ ਵੀ ਉਹ ਕਹਿਣਗੇ ਇਕੱਠੇ ਲੜਨੇ, ਉਹ ਇਕੱਠੇ ਲੜਾਂਗੇ। ਉਹ ਫੈਸਲਾ ਆਲ ਇੰਡੀਆ ਕਾਂਗਰਸ ਕਮੇਟੀ ਦਾ ਹੀ ਉਹਨਾਂ ਹੀ ਕਰਨਾ ਹੈ, ਸਾਰਿਆਂ ਦੀ ਰਾਏ ਜਾਣਨ ਤੋਂ ਬਾਅਦ। ਉਹਦੀ ਤਾਂ ਕੋਈ ਦੋ ਰਾਏ ਨਹੀਂ ਹੈਗੀ। ਸਮਰਥਨ ਹੈਗਾ ਨਹੀਂ ਹੈਗਾ, ਇਹ ਤਾਂ ਉਹਨਾਂ ਡਿਸਾਈਡ ਕਰਨਾ ਹੈ ਜੀ। ਪ੍ਰਤਾਪ ਬਾਜਵਾ ਹੋਣ ਜਾਂ ਫਿਰ ਰਾਜਾ ਵੜਿੰਗ ਹੋਣ, ਉਹਨਾਂ ਵੱਲੋਂ ਤਾਂ ਇਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਸਾਨੂੰ ਇਹ ਗੱਠਜੋੜ ਮਨਜ਼ੂਰ ਨਹੀਂ ਹੈ। ਉਹਨਾਂ ਵੱਲੋਂ ਟਵੀਟ ਵੀ ਜਿਹੜੇ ਨੇ ਉਹ ਕੀਤੇ ਗਏ ਨੇ। ਹਾਲਾਂਕਿ ਰਵਨੀਤ ਬਿੱਟੂ ਜੀ ਖੁਦ ਕੇ ਕਹਿ ਰਹੇ ਹਨ ਕਿ ਨਹੀਂ, ਪਹਿਲੀ ਗੱਲ ਤਾਂ ਅਸੀਂ ਕਰਾਂਗੇ। ਪਹਿਲੀ ਗੱਲ ਤੇ ਜਦੋਂ ਕਾਂਗਰਸ ਹਾਈ ਕਮਾਂਡ ਨੇ ਕੋਈ ਮੈਸੇਜ ਨਹੀਂ ਦਿੱਤਾ, ਜਦੋਂ ਕੋਈ ਮੈਸੇਜ ਦਿੱਤਾ, ਉਹਨਾਂ ਦਾ ਖੁਦ ਦਾ ਕਹਿਣਾ ਕਿ ਸਾਨੂੰ ਕੋਈ ਮੈਸੇਜ ਨਹੀਂ ਹੈਗਾ। ਜਦੋਂ ਮੈਸੇਜ ਹੀ ਨਹੀਂ ਹੈਗਾ, ਫਿਰ ਉਹਦੇ ਵਿੱਚ ਤੇ ਕੋਈ ਦੂਜੀ ਰਾਏ ਹੀ ਨਹੀਂ ਰਹਿੰਦੀ। ਉਹ ਤੇ ਹੁਣ ਜਦੋਂ ਉਹਦੇ ਲਾਗੇ ਗੱਲ ਜਾਏਗੀ, ਫਿਰ ਉਸ ਤੋਂ ਬਾਅਦ ਜਿਹੜੇ ਇੰਡੀਆ ਦੇ ਅਲਾਈਅੰਸ ਦੇ ਜਿਹੜੇ ਮੇਨ ਵੱਡੀਆਂ ਪਾਰਟੀਆਂ ਨੇ, ਕਿਉਂਕਿ ਇਸ ਵੇਲੇ ਦੇਸ਼ ਦੇ ਵਿੱਚ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਡੈਮੋਕ੍ਰੇਸੀ ਨੂੰ ਕਤਲ ਕੀਤਾ ਜਾ ਰਿਹਾ, ਕਨਸਟੀਟਿਊਸ਼ਨ ਨੂੰ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਦਿੱਤੀਆਂ ਜਾ ਰਹੀਆਂ ਨੇ, ਹਰ ਚੀਜ਼ ਨੂੰ ਮਤਲਬ ਚਾਹੇ PSU ਹੋਣ, ਹਰ ਗੱਲ ਦੇ ਉੱਤੇ ਪਬਲਿਕ ਸੈਕਟਰ ਯੂਨਿਟ ਖਤਮ ਕਰ ਦਿੱਤੇ ਗਏ। ਉਸ ਸਮੇਂ ਦੇ ਉੱਤੇ ਦੇਸ਼ ਵਾਸਤੇ ਕੀ ਫੈਸਲਾ ਲੈਂਦੇ ਨੇ, ਕੀ ਉਹ ਮਤਲਬ ਇਹ ਸਾਰੀ ਸਾਡੀ ਮਾਨਯੋਗ ਲੀਡਰ ਸਾਹਿਬਾਨ ਦੀ ਗੱਲ ਸੁਣ ਕੇ ਕੀ ਫੈਸਲਾ ਨਹੀਂ, ਤੇ ਜੋ ਫੈਸਲਾ ਹੋਏਗਾ ਅਸੀਂ ਸਾਰੇ ਉਹਦੇ ਨਾਲ ਹੈ। ਸਾਡੀ ਤੇ ਇੰਨੀ ਗੱਲ ਹੈ। ਅਜਿਹਾ ਨਹੀਂ ਲੱਗ ਰਿਹਾ ਔਜਲਾ ਸਾਹਿਬ ਕਿ MP ਵਰਸਸ MLA ਜਿਹੜੇ ਨੇ ਹੋ ਗਏ ਨੇ? MLA ਸਾਰੇ ਕਹਿ ਰਹੇ ਨੇ ਕਿ ਨਹੀਂ ਹੋਣਾ ਚਾਹੀਦਾ ਅਲਾਈਅੰਸ, ਪਰ MP ਜਿਹੜੇ ਨੇ ਇੱਕ ਤੋਂ ਬਾਅਦ ਇਹ ਕਹਿ ਰਹੇ ਨੇ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੋਏਗਾ ਉਹ ਮਨਜ਼ੂਰ ਹੋਏਗਾ। ਕਿਉਂਕਿ ਤੁਸੀਂ ਜਿੰਨੀ ਕਿ ਤੁਹਾਡਾ ਪ੍ਰੋਗਰਾਮ ਚੱਲਣਾ, ਤੁਸੀਂ ਹੁਣ ਆਪਣੇ ਆਪ ਇਹਨੂੰ ਟਵਿਸਟ ਦੇਈ ਜਾਓ, ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਕੀ ਦੇਖਣਾ ਕੀ ਕਹਿਣਾ ਇਹ ਤੁਹਾਡੀ ਮਰਜ਼ੀ ਹੈ। ਬਟ ਜੋ ਸਾਡਾ ਕਹਿਣਾ ਹੈ ਉਹੀ ਤੁਹਾਨੂੰ ਦੱਸ ਦਿੱਤਾ ਹੈ। ਸਾਡਾ ਕੰਮ ਤੁਸੀਂ ਇਹਨੂੰ MP ਵਰਸਸ MLA ਕਹਿ ਲਓ, ਕਾਂਗਰਸ ਵਰਸਸ, ਨਹੀਂ ਦੇਖੋ, ਨਹੀਂ ਸਵਾਲ ਪੁੱਛੋ ਜ਼ਰੂਰ। ਦੇਖੋ
ਮੈਨੂੰ ਦੱਸੋ ਕੋਈ ਵੀ ਕਿਹੜਾ ਬਿਆਨ ਹੈ ਜੀ ਸਾਡਾ ਜਿੱਥੇ ਐਮਐਲਏ ਐਮਪੀ ਅਸੀਂ ਇਕੱਠੇ ਨਹੀਂ ਜੀ? ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰ ਰਹੇ ਹਾਂ, ਅਸੀਂ ਐਮਪੀ ਐਮਐਲਏ ਦਾ ਸਵਾਲ ਹੀ ਨਹੀਂ ਹੈਗਾ ਇਹਦੇ 'ਚ ਕੋਈ। ਇਹ ਤਾਂ ਕਾਂਗਰਸ ਪਾਰਟੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਜੋ ਵੀ ਹੈ ਉਹ ਸਾਡੇ ਜੋ ਕਾਂਗਰਸ ਹਾਈ ਕਮਾਂਡ ਦੇ ਕੋਲ ਇਹਨਾਂ ਸਾਰੀ ਗੱਲ ਰੱਖਣੀ ਹੈ। ਉਸ ਤੋਂ ਬਾਅਦ ਜੋ ਕਾਂਗਰਸ ਅਗਰ ਅਸੀਂ ਇੰਨੀ ਗੱਲ ਕਹਿ ਰਹੇ ਉਹ ਮੰਨਿਆ ਜਾਏਗਾ। ਦੈਟਸ ਆਲ। ਵਿਅਕਤੀਗਤ ਰਾਏ ਕਿਸੇ ਦੀ ਕੀ ਹੈ ਉਹ ਅਲੱਗ-ਅਲੱਗ ਹੋ ਸਕਦੀ ਹੈ। ਪੰਜਾਬ ਦੇ ਵਿੱਚ ਭਾਵੇਂ ਹਾਈ ਕਮਾਂਡ ਨੇ ਜਿਹੜਾ ਅਲਾਈਅੰਸ ਕੀਤਾ ਹੈ, ਹਾਂਜੀ ਹਾਈ ਕਮਾਂਡ ਨੇ ਭਾਵੇਂ ਅਲਾਈਅੰਸ ਕੀਤਾ ਹੈ, ਪਰ ਪੰਜਾਬ ਦੇ ਵਿੱਚ ਹਲੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਸ ਹੈ ਉਹਨਾਂ ਦੇ ਦਿਲ ਨਹੀਂ ਮਿਲ ਰਹੇ। ਇਤੋਂ ਤੱਕ ਕਿ ਸੀਐਮ ਮਾਨ ਕਹਿੰਦੇ ਨੇ ਕਿ ਕਾਂਗਰਸ ਪਾਰਟੀ ਮੇਲੇ ਦੇ ਵਿੱਚ ਅਮਰੂਦ ਦੀ ਤਰ੍ਹਾਂ ਹੈ, ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ। ਦੇਖੋ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਨਿਆਂ ਵਧੀਆ ਤਰੀਕੇ ਨਾਲ ਆਪੋਜੀਸ਼ਨ ਦੀ ਭੂਮਿਕਾ ਨਿਭਾਈ ਹੈ ਤਾਂ ਨਿਭਾ ਰਹੀ ਹੈ। ਜਦੋਂ ਤੱਕ ਕੋਈ ਫੈਸਲਾ ਨਹੀਂ ਹੁੰਦਾ ਕਾਂਗਰਸ ਪਾਰਟੀ ਆਪਣਾ ਏਜੰਡਾ ਬੜਾ ਕਲੀਅਰ ਹੈ, ਆਪਣੇ ਏਜੰਡੇ ਤੇ ਚੱਲ ਰਹੀ ਹੈ ਔਰ ਉਹ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਵਧੀਆ ਤਰੀਕੇ ਨਾਲ ਆਪਣੀ ਗੱਲ ਰੱਖ ਵੀ ਰਹੇ ਨੇ, ਮੁੱਦੇ ਉਠਾ ਰਹੇ ਨੇ। ਕੀ ਉਹ ਮੁੱਦੇ ਉਠਾਉਣ ਲਈ ਹੁਣ ਘਰ ਬੈਠ ਜਾਣਾ ਚਾਹੀਦਾ? ਜਿੰਨਾ ਚਿਰ ਕੋਈ ਫੈਸਲਾ ਹੀ ਨਹੀਂ ਹੋਇਆ ਆਪਾਂ ਫੈਸਲੇ ਤੋਂ ਪਹਿਲਾਂ ਐਡਵਾਂਸ ਗੱਲਾਂ ਕਿਉਂ ਕਰੀ ਜਾਂਦੇ ਕਿ ਆਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਬਹੁਤ ਉਦਾਹਰਨਾਂ ਨੇ ਕਦੇ ਦੇਸ਼ ਦੇ ਵਿੱਚ ਜਿੱਥੇ ਕਈ ਪਾਰਟੀਆਂ ਇਕੱਠੀਆਂ ਵੀ ਲੜਦੀਆਂ ਨੇ, ਪਿੱਛੇ ਵੀ ਹੁੰਦੇ ਨੇ, ਬਾਅਦ ਚ ਵੀ ਅਲਾਈਅੰਸ ਹੋ ਜਾਂਦੇ ਨੇ। ਇਹ ਤੇ ਪਰਿਸਥਿਤੀਆਂ ਨੂੰ ਵੇਖਦੇ ਹੋ ਇਸ ਵੇਲੇ ਦੇਸ਼ 'ਚ ਜੋ ਹਾਲਾਤ ਨੇ ਕੀ ਉਹ ਦੇਸ਼ ਦੇ ਫੇਵਰ 'ਚ ਨੇ? ਕਾਂਗਰਸ ਪਾਰਟੀ ਕਿਉਂਕਿ ਦੇਸ਼ ਦੇ ਨਾਲ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਭ ਤੋਂ ਪੁਰਾਣੀ ਪਾਰਟੀ ਜੁੜੀ ਹੈ, ਉਹਦਾ ਇੱਕ ਇੱਕ ਕਤਰਾ ਜਿਹੜਾ ਉਹਦੇ ਵਰਕਰ ਦਾ, ਉਹਦੇ ਲੀਡਰ ਸਮਾਨ ਦਾ ਦੇਸ਼ ਲਈ ਡੁੱਲਿਆ। ਉਹਨਾਂ ਨੂੰ ਦੇਸ਼ ਦਾ ਜ਼ਿਆਦਾ ਫਿਕਰ ਹੈ ਆਪਣੇ ਆਪ ਨਾਲ। ਉਹ ਸਮਝਦੇ ਕਿ ਦੇਸ਼ ਵੱਡਾ ਆ, ਦੇਸ਼ ਵਾਸਤੇ ਕੋਈ ਵੀ ਫੈਸਲਾ ਜਿਹੜਾ ਕਰਨਾ ਹੈ ਜਾਂ ਦੇਸ਼ ਦੀ ਫਿਊਚਰ ਵਾਸਤੇ ਉਹ ਕਾਂਗਰਸ ਪਾਰਟੀ ਨੇ ਹਮੇਸ਼ਾ ਲਏ ਤੇ ਹੁਣ ਵੀ ਕਰਨਗੇ। ਹਾਂ, ਉਹਦੇ ਵਿੱਚ ਹਰ ਇੱਕ ਲੀਡਰ ਸਾਹਿਬਾਨ ਦਾ ਜਿਹੜਾ ਵਾ ਉਹਦਾ ਮਾਨ ਸਨਮਾਨ ਜਿਹੜਾ ਕਾਂਗਰਸ ਪਾਰਟੀ ਨੇ ਹਮੇਸ਼ਾ ਰੱਖਿਆ ਔਰ ਅੱਗੇ ਵੀ ਰੱਖੇਗੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹ ਹਰ ਗੱਲ ਨੂੰ ਸਮਝਦੇ ਨੇ ਔਰ ਉਹਨਾਂ ਨੇ ਕਿਹਾ ਵੀ ਹੈ ਠੀਕ ਹੈ ਜਿਹੜਾ ਵੀ ਗੱਲ ਹੋਏਗੀ ਪਾਰਟੀ ਪਲੇਟਫਾਰਮ ਤੇ ਰੱਖ ਕੇ ਸੁਣ ਤੋਂ ਬਾਅਦ ਜੋ ਫੈਸਲਾ ਹੋਏਗਾ ਉਹ ਅਸੀਂ ਮੰਨਾਂਗੇ। ਤੁਹਾਨੂੰ ਲੱਗਦਾ ਹੈ ਤੁਹਾਡੀ ਪਰਸਨਲ ਰਾਏ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਤੁਸੀਂ ਕਹਿ ਰਹੇ ਹੋ ਟਵਿਸਟ ਕਰ ਰਹੇ ਹਾਂ, ਅਸੀਂ ਤਾਂ ਅਗਰ ਕਿ ਪਰਸਨਲੀ ਤੁਹਾਡਾ ਪੁੱਛ ਰਹੇ ਤੁਹਾਡੀ ਕੀ ਰਾਏ ਹੈ ਕਿ ਗੱਠਜੋੜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਾਲ ਹੋਣਾ ਚਾਹੀਦਾ ਜਾਂ ਨਹੀਂ, ਯਾਨੀ ਕਿ ਤੁਹਾਨੂੰ ਆਮ ਆਦਮੀ ਪਾਰਟੀ ਦੀ ਜ਼ਰੂਰਤ ਹੈ ਜਾਂ ਨਹੀਂ? ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਸਾਨੂੰ ਕਾਂਗਰਸ ਦੀ ਕੋਈ ਜ਼ਰੂਰਤ ਨਹੀਂ ਹੈ ਪੰਜਾਬ ਦੇ ਵਿੱਚ। ਜਦੋਂ ਇੱਕ ਗੱਲ ਮੈਂ ਸਾਰਿਆਂ ਨੇ ਇੱਕ ਗੱਲ ਦੀ ਵਕਾਲਤ ਕਰ ਰਿਹਾ ਕਿ ਸਾਰਿਆਂ ਨੇ ਗੱਲ ਪਾਰਟੀ ਪਲੇਟਫਾਰਮ ਤੇ ਕਰਨੀ ਹੈ, ਅੰਦਰ ਜਾ ਕੇ ਕਰਨੀ ਹੈ, ਫਿਰ ਤੁਹਾਨੂੰ ਕੀ ਲੱਗਦਾ ਤੁਸੀਂ 10 ਵਾਰੀ ਕੁਐਸਚਨ ਪੁੱਛ ਲਓ ਮੈਂ ਤੁਹਾਨੂੰ ਆਪਣੀ ਰਾਏ ਦੱਸੂਗਾ? ਕਦੀ ਵੀ ਨਹੀਂ ਦੱਸਦਾ। ਮੈਂ ਆਪਣੀ ਰਾਏ ਪਾਰਟੀ ਦੇ ਸਾਹਮਣੇ ਰੱਖਣੀ ਹੈ, ਪਾਰਟੀ ਦੇ ਸਾਰਿਆਂ ਦੀ ਖੁੱਲ ਕੇ ਬੋਲ ਰਹੇ ਨੇ ਨਾ। ਅਸੀਂ ਦੇਖੋ ਹਰ ਇੱਕ ਦਾ ਆਪਣਾ ਵਿਅਕਤੀਗਤ ਤੌਰ ਤਰੀਕਾ ਹੈ ਕੰਮ ਕਰਨ ਦਾ, ਉਹਨਾਂ ਦਾ ਠੀਕ ਹੈ, ਸੀਨੀਅਰ ਲੀਡਰ ਨੇ ਉਹਨਾਂ ਨੂੰ ਉਹ ਠੀਕ ਲੱਗਦਾ ਹੋਊਗਾ ਕਰਦੇ ਹੋਣਗੇ। ਬਟ ਮੈਂ ਆਪ ਕਹਿਣਾ ਕਿ ਮੈਂ ਜਿਹੜਾ ਪਾਰਟੀ ਦੇ ਕੁਝ ਜੋ ਵੀ ਰੂਲਸ ਨੇ ਮੈਂ ਉਹ ਚਾਹੁੰਦਾ ਕਿ ਉਹਦੇ ਮੁਤਾਬਕ ਹੀ ਉੱਥੇ ਹੀ ਗੱਲ ਰੱਖਾਂ ਕਿਉਂਕਿ ਮੇਰੇ ਨਾਲ ਬਹੁਤ ਸੀਨੀਅਰ ਨੇ, ਮੈਂ ਕੋਈ ਵੀ ਗੱਲ ਉਹਨਾਂ ਦੀ ਕੱਟੂੰਗਾ ਨਹੀਂ ਔਰ ਉਹ ਮੇਰੀ ਸਨਮਾਨਯੋਗ ਨੇ, ਉਹਨਾਂ ਨੇ ਬਹੁਤ ਸਮਾਂ ਪਾਰਟੀ ਨੂੰ ਦਿੱਤਾ ਹੈ ਔਰ ਉਹ ਹਾਵ ਜੋ ਰੱਖਦੇ ਨੇ ਉਹਨਾਂ ਦੀ ਮਤਲਬ ਰਾਏ ਹੋ ਸਕਦੀ ਹੈ। ਬਾਕੀ ਜਿਹੜੀ ਪਾਰਟੀ ਹਾਈ ਕਮਾਂਡ ਉਹਨਾਂ ਦੀ ਰਾਏ ਜਾਣਨ ਤੋਂ ਬਾਅਦ ਜੋ ਫੈਸਲਾ ਲਏ, ਇਕੱਲੇ ਲੜਨਾ ਆਪਾਂ ਇਕੱਲੇ ਲੜਾਂਗੇ, ਇਕੱਲੇ ਜਿੱਤਾਂਗੇ ਵੀ, ਕੋਈ ਇਹ 'ਚ ਦੋ ਰਾਏ ਨਹੀਂ ਕਿ ਇਕੱਲਿਆਂ 'ਚ ਕੋਈ ਸਾਨੂੰ ਮੁਸ਼ਕਿਲ ਹੈ ਜਿੱਤਣ ਦੇ ਵਿੱਚ, ਕੋਈ ਮੁਸ਼ਕਿਲ ਨਹੀਂ। ਪਰ ਜਿੱਥੇ ਦੇਸ਼ ਦਾ ਸਵਾਲ ਹੈ ਉਹਦੇ ਵਾਸਤੇ ਅਸੀਂ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਨੇ, ਜਿਹੜਾ ਸਾਡੇ ਮੁਖੀਏ ਨੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ ਕਿ ਉਹ ਕੀ ਫੈਸਲਾ ਲੈਂਦੇ ਨੇ। ਜੀ ਠੀਕ ਹੈ ਔਜਲਾ ਸਾਹਿਬ, ਸ਼ੁਕਰੀਆ ਗੱਲਬਾਤ ਕਰਨ ਦੇ ਲਈ ਤੇ ਸਾਡੇ ਬਿਲਕੁਲ ਔਜਲਾ ਜੀ ਨਿਤਿਕਾ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਇਹ ਸਨ ਸਾਡੇ ਨਾਲ ਗੁਰਜੀਤ ਸਿੰਘ ਔਜਲਾ ਐਮਪੀ ਜਿਨ੍ਹਾਂ ਨੇ ਆਪਣੀ ਗੱਲ ਤਾਂ ਰੱਖੀ ਪਰ ਬੜੀ ਗੋਲਮੋਲ ਦੀ ਰੱਖੀ। ਸੋ ਇੱਕ ਪਾਸੇ ਹਾਮੀ ਤਾਂ ਭਰੀ ਪਰ ਦੂਜੇ ਪਾਸੇ ਇਹ ਵੀ ਕਹਿੰਦੇ ਹੋਏ ਦਿਖਾਉਂਦੇ ਨੇ ਦਿੱਲੀ ਹਾਈ ਕਮਾਂਡ ਦੇ ਕੋਲ ਸਾਰੇ ਲੀਡਰ ਜਾਣਗੇ, ਉੱਥੇ ਜੋ ਸਹਿਮਤੀ ਦੇ ਨਾਲ ਜੋ ਮਤਾ ਪਾਸ ਹੋਵੇਗਾ, ਜੋ ਗੱਲਬਾਤ ਹੋਵੇਗੀ ਉਹ ਫਾਈਨਲ ਡਿਸੀਜਨ ਹੋਵੇਗਾ। ਪਰ ਇਸ ਤੋਂ ਪਹਿਲਾਂ ਦੇਖਿਆ ਜਾਵੇ ਰਵਨੀਤ ਬਿੱਟੂ ਨੇ ਹਾਮੀ ਭਰੀ ਸੀ ਤੇ ਹੁਣ ਗੁਰਜੀਤ ਔਜਲਾ ਵੀ ਹਾਮੀ ਭਰਦੇ ਹੋਏ ਦਿਖਾਈ ਦਿੱਤੇ ਕਿ ਗੱਠਜੋੜ ਜਿਹੜਾ ਹੈ ਹੁਣ ਹੋਵੇਗਾ ਆਪ ਦੇ ਨਾਲ ਕਾਂਗਰਸ ਦਾ ਕਿ ਨਹੀਂ। ਇਹ ਚਰਚਾਵਾਂ ਨੇ ਜੋ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਹਾਮੀ ਭਰੀ ਗਈ ਤੇ ਹੁਣ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਇਹ ਗੱਲ ਆਖੀ ਗਈ, ਚਰਚਾਵਾਂ ਨੇ, ਇਸ ਉੱਤੇ ਕੋਈ ਫਾਈਨਲ ਡਿਸੀਜਨ ਨਹੀਂ ਹੈ। ਸੋ ਗੱਲਬਾਤ ਹੋਣੀ ਹੈ ਨਹੀਂ ਹੋਣੀ ਹੈ ਇਹ ਅਜੇ ਜਦੋਂ ਇੱਕ ਮੰਚ ਤੇ ਇਹ ਲੀਡਰ ਕਾਂਗਰਸ ਦੇ ਆਪਸ ਦੇ ਵਿੱਚ ਜਦੋਂ ਸਲਾਹ ਮਸ਼ਵਰਾ ਕਰਨਗੇ ਫਿਰ ਹੀ ਇਹ ਫਾਈਨਲ ਡਿਸੀਜਨ ਜਿਹੜਾ ਦਿੱਲੀ ਦਰਬਾਰੇ ਜਾਏਗਾ। ਸੋ ਅਜੇ ਚਰਚਾਵਾਂ ਹੀ ਨੇ ਖਾਲੀ ਇਹ ਗੱਠਜੋੜ ਨੂੰ ਲੈ ਕੇ।